करिए शुरू। हाँ जी सर जी। आप सब जी जी आया हूँ। मैं हूँ डॉक्टर विनीत सग्गड़। मैं हूँ डायरेक्टर न्यूरो एंड स्पाइन सर्जरी, हैड इंटरवेंशनस लिवासा हॉस्पिटल मोहाली। ਅੱਜ ਅਸੀਂ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਬੇਸਿਕਲੀ ਲੋਕਾਂ ਨੂੰ ਸਟ੍ਰੋਕ ਪ੍ਰਤੀ ਜਾਗਰੂਕ ਕਰਨ ਵਾਸਤੇ ਕਰ ਰਹੇ ਹੈਗੇ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪੁਰਾਣੇ ਸਾਲਾਂ ਦੇ ਵਿੱਚ ਜਿਹੜਾ ਸੀਗਾ ਜਾਂ ਪੁਰਾਣੇ ਦਸ਼ਕ ਦੇ ਵਿੱਚ ਡਾਇਬੀਟੀਜ਼ ਤੇ ਹਾਰਟ ਇੱਕ ਐਪੀਡੈਮਿਕ ਦੀ ਤਰ੍ਹਾਂ ਫੈਲਿਆ ਹੈਗਾ, ਤੇ ਇਸ ਦਸ਼ਕ ਦੇ ਵਿੱਚ ਤੇ ਇਸ ਸੈਂਚਰੀ ਦੇ ਵਿੱਚ ਜਿਹੜੇ ਬੁੱਧੀਜੀਵੀ ਹੈਗੇ ਆ ਉਹ ਕਹਿ ਰਹੇ ਕਿ ਸਟ੍ਰੋਕ ਇੱਕ ਐਪੀਡੈਮਿਕ ਦੀ ਤਰ੍ਹਾਂ ਜਿਹੜਾ ਹੈਗਾ ਉੱਭਰ ਕੇ ਆ ਰਿਹਾ ਹੈਗਾ। ਇਹ ਸਭ ਸੋਚਣ ਦੇ ਤੇ ਇਹ ਸਭ ਡਿਸਕਸ਼ਨ ਦੇ ਕਾਰਨ ਇਹ ਹੈਗੇ ਕਿਉਂਕਿ ਪਹਿਲਾਂ ਜਿਹੜਾ ਆਪਾਂ ਦੇਖਦੇ ਸੀ ਕਿ ਸਟ੍ਰੋਕ ਜਿਹੜਾ ਹੈਗਾ ਜਾਂ ਲਕਵਾ ਹੈਗਾ ਜਿਹੜਾ 올ਡਰ ਪੋਪੂਲੇਸ਼ਨ 'ਚ ਮਿਲ ਰਿਹਾ ਸੀਗਾ, ਹੁਣ ਅਸੀਂ 22 ਸਾਲ 24 ਸਾਲ 30 ਸਾਲ ਦੇ ਯੁਵਕਾਂ 'ਚ ਵੀ ਦੇਖ ਰਹੇ ਹੈਗੇ ਆ। ਤੇ ਇਸ ਕਰਕੇ ਇਸ ਬਾਰੇ ਜਾਗਰੂਕਤਾ ਕਰਨ ਦੀ ਲੋੜ ਹੈਗੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਸਟ੍ਰੋਕ ਕਿਉਂ ਹੁੰਦਾ ਹੈਗਾ। ਸਟ੍ਰੋਕ ਉਹੀ ਸਾਰੇ ਕਾਰਨਾਂ ਕਰਕੇ ਹੁੰਦਾ ਜਿਹਦੇ ਕਰਕੇ ਹਾਰਟ ਅਟੈਕ ਵੀ ਹੁੰਦਾ ਹੈ। ਹਾਰਟ ਅਟੈਕ ਨੂੰ ਆਪਾਂ ਦਿਲ ਦਾ ਦੌਰਾ ਕਹਿੰਦੇ ਹਾਂ, ਸਟ੍ਰੋਕ ਨੂੰ ਆਪਾਂ ਦਿਮਾਗ ਦਾ ਦੌਰਾ ਕਹਿੰਦੇ ਹਾਂ। ਬਸ ਫਰਕ ਇੱਕ ਹੈਗਾ ਕਿ ਹਾਰਟ ਅਟੈਕ ਫਿਰ ਵੀ ਤੁਹਾਨੂੰ ਇੱਕ ਚਾਂਸ ਦੇ ਜਾਂਦਾ ਤੇ ਬ੍ਰੇਨ ਅਟੈਕ ਜਿਹੜਾ ਹੈਗਾ ਜਾਂ ਸਟ੍ਰੋਕ ਉਹ ਤੁਹਾਨੂੰ ਇੱਕ ਵੀ ਚਾਂਸ ਨਹੀਂ ਦਿੰਦਾ। ਹਾਰਟ ਅਟੈਕ ਤੋਂ ਬਾਅਦ ਮਰੀਜ਼ ਚੱਲਦਾ ਫਿਰਦਾ ਰਹਿੰਦਾ ਹੈ ਜੇ ਉਹਦਾ ਇਲਾਜ ਹੋ ਜਾਵੇ, ਪਰ ਜੇ ਸਟ੍ਰੋਕ ਦਾ ਇਲਾਜ ਟਾਈਮ ਤੇ ਨਾ ਹੋਵੇ ਤੇ ਮਰੀਜ਼ ਬੈੱਡ ਬਾਉਂਡ ਜਾਂ ਵੀਲ ਚੇਅਰ ਬਾਉਂਡ ਵੀ ਹੋ ਸਕਦਾ ਹੈ। ਇਸ ਲਈ ਇਸ ਬਿਮਾਰੀ ਦੇ ਵਿੱਚ ਵਾਸਤੇ ਧਿਆਨ ਦੇਣ ਦੀ ਹੋਰ ਵੀ ਜ਼ਿਆਦਾ ਲੋੜ ਹੈਗੀ ਹੈ। ਇਸ ਦੇ ਮੁੱਖ ਕਾਰਨ ਬੇਸਿਕਲੀ ਸੈਡੈਂਟਰੀ ਲਾਈਫਸਟਾਈਲ, ਖਰਾਬ ਲਾਈਫਸਟਾਈਲ, ਸ਼ੂਗਰ, ਬੀਪੀ, ਸਮੋਕਿੰਗ ਹੈ ਨਾ, ਤੇ ਐਕਸਰਸਾਈਜ਼ ਦਾ ਨਾ ਹੋਣਾ ਜਾਂ ਲੈਕ ਆਫ ਐਕਸਰਸਾਈਜ਼, ਬੇਸਿਕਲੀ ਇਹ ਸਾਰੇ ਇਸ ਦੇ ਰਿਸਕ ਫੈਕਟਰ ਦੇਖੇ ਗਏ ਨੇ। ਤੇ ਸਟ੍ਰੋਕ ਦੀ ਜਿਹੜੀ ਟ੍ਰੀਟਮੈਂਟ ਹੈਗੀ ਹੈ, ਜੇ ਆਪਾਂ ਦੇਖੀਏ ਅੱਜ ਤੋਂ 20 ਸਾਲ ਪਹਿਲਾਂ ਜਾਈਏ ਤਾਂ ਆਪਣੇ ਕੋਲ ਕੁਝ ਗੋਲੀਆਂ ਹੀ ਸੀਗੀਆਂ, ਜਿਵੇਂ ਐਸਪਰਿਨ ਹੋ ਗਿਆ, ਬਲੱਡ ਥਿਨਰਸ ਹੋ ਗਏ। ਫਿਰ ਉਸ ਤੋਂ ਬਾਅਦ ਅੱਜ ਤੋਂ 10 ਸਾਲ ਪਹਿਲਾਂ ਸਟ੍ਰੋਕ ਵਾਸਤੇ ਥ੍ਰੋਮਬੋਲਿਸਿਸ ਆਪਾਂ ਜਿਹਨੂੰ ਕਹਿੰਦੇ ਆ, ਜਿਹੜਾ ਖੂਨ ਪਤਲਾ ਕਰਨ ਦਾ ਟੀਕਾ ਹੈਗਾ, ਉਹ ਵੀ ਇੱਕ ਚੰਗੇ ਆਲਟਰਨੇਟਿਵ ਦੀ ਤਰ੍ਹਾਂ ਉੱਭਰ ਕੇ ਆਇਆ ਸੀਗਾ। ਪਰੰਤੂ ਇਹ ਦੇਖਿਆ ਗਿਆ ਕਿ 30% ਲੋਕਾਂ ਦੇ ਵਿੱਚ ਜਿਹੜਾ ਹੈਗਾ ਬਲੱਡ ਥਿਨਰ ਵੀ ਜਿਹੜਾ ਹੈਗਾ ਉਹ ਕੰਮ ਨਹੀਂ ਕਰਦੇ ਹੈਗੇ, ਕਿਉਂਕਿ ਜਾਂ ਤਾਂ ਬਹੁਤ ਵੱਡਾ ਨਾੜੀ ਬਲੌਕ ਹੋ ਚੁੱਕੀ ਹੁੰਦੀ ਹੈ ਜਾਂ ਕਲੌਟ ਲੋਡ ਜਾਂ ਅਮਾਊਂਟ ਆਫ ਕਲੌਟਿੰਗ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਹੈਗੀ ਹੈ। ਇਸ ਕਰਕੇ ਪਿਛਲੇ 5-7 ਸਾਲਾਂ ਦੇ ਵਿੱਚ ਸ਼ੋਧ ਕਰਕੇ ਇੱਕ ਨਵੀਂ ਟੈਕਨੀਕ ਆਈ ਹੈ ਜਿਹਨੂੰ ਆਪਾਂ ਮਕੈਨੀਕਲ ਥ੍ਰੋਮਬੈਕਟਮੀ ਕਹਿੰਦੇ ਹੈਗੇ। ਮਕੈਨੀਕਲ ਥ੍ਰੋਮਬੈਕਟਮੀ ਆਪਾਂ ਇਹਨੂੰ ਕੰਪੇਅਰ ਕਰ ਸਕਦੇ ਹਾਂ ਹਾਰਟ ਦੀ ਐਂਜੀਓਪਲਾਸਟੀ ਦੇ ਨਾਲ। ਜਿਵੇਂ ਹਾਰਟ ਦੇ ਵਿੱਚ ਜਾ ਕੇ ਕਲੌਟ ਕੱਢਿਆ ਜਾਂਦਾ ਹੈ ਤੇ ਉੱਥੇ ਸਟੈਂਟ ਪਾਇਆ ਜਾਂਦਾ ਹੈ, ਸਿਮਿਲਰਲੀ ਮਕੈਨੀਕਲ ਥ੍ਰੋਮਬੈਕਟਮੀ ਦੇ ਵਿੱਚ ਵੀ ਜਿਹੜਾ ਕਲੌਟ ਬ੍ਰੇਨ ਦੇ ਵਿੱਚ ਫਸ ਜਾਂਦਾ ਹੈਗਾ ਉਹਨੂੰ ਅਸੀਂ ਆਪਣੀ ਡਿਵਾਈਸਿਸ ਜਾਂ ਕੈਥੇਟਰ ਦੇ ਨਾਲ ਜਾ ਕੇ ਕੱਢਦੇ ਹਾਂ ਤੇ ਬਲੱਡ ਫਲੋ ਇਮੀਡੀਏਟਲੀ ਬੇਸਿਕਲੀ ਜਿਹੜਾ ਹੈਗਾ ਉਹ ਰਿਸਟੋਰ ਹੁੰਦਾ ਹੈਗਾ। ਇਸੇ ਤਰ੍ਹਾਂ ਦਾ ਇੱਕ ਪੇਸ਼ੈਂਟ ਅਸੀਂ ਕੁਝ ਦੇਰ ਪਹਿਲਾਂ ਟ੍ਰੀਟ ਕੀਤਾ ਸੀ, ਅਰਾਊਂਡ 2 ਮਹੀਨੇ ਪਹਿਲਾਂ, ਜਿਹੜਾ ਸਾਡੇ ਕੋਲ ਰੈਫਰ ਹੋਇਆ ਸੀ ਬਠਿੰਡਾ ਤੋਂ ਹੀ। ਇੱਕ ਯੰਗ ਮੇਲ ਸੀਗਾ ਤੇ ਇਹਨੂੰ ਲਕਵਾ ਹੋ ਗਿਆ ਸੀਗਾ। ਅਨਫੋਰਚੂਨੇਟਲੀ ਜਦੋਂ ਇਹਨੂੰ ਲਕਵਾ ਹੋਇਆ ਉਹ ਸਵੇਰ ਦਾ ਟਾਈਮ ਸੀਗਾ, ਇਹ ਗਿਰ ਗਿਆ ਘਰੇ ਤੇ ਇਹਦੇ ਅਟੈਂਡੈਂਟਸ ਨੇ ਜਦ ਤੱਕ ਇਹਨੂੰ ਦੇਖਿਆ ਆਲਰੇਡੀ 3-4 ਘੰਟੇ ਨਿਕਲ ਚੁੱਕੇ ਸੀਗੇ। ਜਦੋਂ 3-4 ਘੰਟੇ ਨਿਕਲ ਜਾਂਦੇ ਹੈਗੇ ਉਸ ਤੋਂ ਬਾਅਦ ਜਿਹੜਾ ਹੈਗਾ ਬਲੱਡ ਥਿਨਰਸ ਜਿਹੜਾ ਹੈਗਾ ਉਹ ਦੇਣਾ ਪੋਸੀਬਲ ਨਹੀਂ ਹੁੰਦਾ ਹੈਗਾ, ਜਿਹਨੂੰ ਆਪਾਂ ਖੂਨ ਪਤਲਾ ਕਰਨ ਦਾ ਟੀਕਾ ਕਹਿੰਦੇ, ਜਿਹਨੂੰ ਆਪਾਂ ਥ੍ਰੋਮਬੋਲਿਸਿਸ ਕਹਿੰਦੇ ਹਾਂ, ਉਹ ਦੇਣਾ ਪੋਸੀਬਲ ਨਹੀਂ ਹੁੰਦਾ ਕਿਉਂਕਿ ਉਹ ਵਿੰਡੋ ਪੀਰੀਅਡ ਉਹਦਾ 3.5 ਘੰਟੇ ਹੀ ਹੁੰਦਾ ਹੈ, 3.5 ਤੋਂ 4 ਘੰਟੇ। ਤੇ ਇਸ ਕਰਕੇ ਇਹ ਸਾਡੇ ਕੋਲ ਰੈਫਰ ਹੋਇਆ ਸੀਗਾ। ਤੇ ਜਦੋਂ ਅਸੀਂ ਸਾਡੇ ਕੋਲ ਮਰੀਜ਼ ਇਹ ਪਹੁੰਚਿਆ ਤਾਂ ਮੈਂ ਤੁਹਾਨੂੰ ਦਿਖਾਣਾ ਹੈਗਾ ਕਿ ਇਹਦੇ 'ਚ ਪ੍ਰੋਬਲਮ ਕੀ ਸੀਗੀ। ਅਸੀਂ ਇਹਦੀ ਐਂਜੀਓਗ੍ਰਾਫੀ ਕੀਤੀ, ਤੁਸੀਂ ਦੇਖ ਸਕਦੇ ਹੋ ਕਿ ਇੱਕ ਨਾੜੀ ਉੱਪਰ ਤੱਕ ਤਾਂ ਆ ਰਹੀ ਹੈ ਪਰ ਉਸ ਤੋਂ ਅੱਗੇ ਫਲੋ ਨਹੀਂ ਜਾ ਰਿਹਾ ਉਹਦੇ ਵਿੱਚ। ਮੈਂ ਇਹਨੂੰ ਸਰਕਲ ਵੀ ਕੀਤਾ ਤੁਹਾਡੇ ਵਾਸਤੇ ਜਿੱਥੇ ਆ ਕੇ ਇਹ ਬਲੌਕ ਹੋ ਗਈ ਤੇ ਇਸ ਦੀ ਰਾਈਟ ਇੰਟਰਨਲ ਕੈਰੋਟਿਡ ਬੇਸਿਕਲੀ ਜਿਹੜੀ ਆਰਟਰੀ ਸੀਗੀ ਤੇ ਇਹ ਬਲੌਕ ਹੋ ਗਈ ਸੀ ਕਿਉਂਕਿ ਬਲੱਡ ਥਿਨਰ ਦੇਣਾ ਪੋਸੀਬਲ ਨਹੀਂ ਸੀਗਾ। 3-3.5 ਘੰਟੇ ਨਿਕਲ ਚੁੱਕੇ ਸੀ, 4 ਘੰਟੇ, ਤੇ ਇਸ ਲਈ ਇਹਨੂੰ ਮਕੈਨੀਕਲ ਥ੍ਰੋਮਬੈਕਟਮੀ ਵਾਸਤੇ ਅਸੀਂ ਲਿਆ। ਮਕੈਨੀਕਲ ਥ੍ਰੋਮਬੈਕਟਮੀ ਵਿੱਚ ਅਸੀਂ ਕੀ ਕਰਦੇ ਹਾਂ, ਜਿੱਥੇ ਤੱਕ ਨਾੜੀ ਬਲੌਕ ਸੀ ਤੁਸੀਂ ਦੇਖਦੇ ਹੋ ਇੱਕ ਤਾਰ ਜੀ ਅੰਦਰ ਜਾ ਚੁੱਕੀ ਹੈਗੀ, ਜੇ ਤੁਸੀਂ ਉਸ ਫੋਟੋਗ੍ਰਾਫ 'ਚ ਦੇਖੋ ਤਾਂ ਇਹ ਤਾਰ ਬੇਸਿਕਲੀ ਸਾਡਾ ਕੈਥੇਟਰ ਹੁੰਦਾ ਹੈਗਾ ਜਿਹਦੇ ਨਾਲ ਅਸੀਂ ਇਸ ਕਲੌਟ ਨੂੰ ਫੜ ਕੇ ਬਾਹਰ ਕੱਢ ਲਈਦਾ। ਇਹ ਤਾਰ ਉੱਥੇ ਪਹੁੰਚਾ ਕੇ ਤੇ ਜਦੋਂ ਅਸੀਂ ਉਹਨੂੰ ਐਸਪੀਰੇਟ ਕਰਕੇ ਕਲੌਟ ਕੱਢਿਆ ਤਾਂ ਤੁਸੀਂ ਦੇਖ ਸਕਦੇ ਹੋ ਪੂਰੀ ਦੀ ਪੂਰੀ ਸਰਕੂਲੇਸ਼ਨ ਰਿਸਟੋਰ ਹੋ ਗਈ ਉਹਦੇ। ਉਹ ਜਿਹੜਾ ਕਾਲਾ ਪਾਰਟ ਹੈਗਾ ਉਹ ਬਲੱਡ ਸਰਕੂਲੇਸ਼ਨ ਰਿਸਟੋਰ ਹੋਇਆ। ਇਹ ਜਦੋਂ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਉਦੋਂ ਕੰਪਲੀਟਲੀ ਬੈੱਡ ਬਾਉਂਡ ਸੀਗਾ ਤੇ ਇਹਦਾ ਖੱਬਾ ਪਾਸਾ ਮੂਵ ਨਹੀਂ ਕਰ ਰਿਹਾ ਸੀਗਾ।
ਤੇ ਵਿਦਿਨ ਫਿਊ ਡੇਜ਼ ਇਹ ਜਿਹੜਾ ਹੈਗਾ ਵਾਕਿੰਗ ਸਟੇਟ 'ਚ ਆ ਗਿਆ ਸੀਗਾ। ਤੇ ਇਹ ਪੇਸ਼ੈਂਟ ਦਾ ਵੀਡੀਓ ਹੈਗਾ, ਇਹ ਫਸਟ ਵਿਜ਼ਿਟ ਤੇ ਹੈਗਾ ਸਾਡੇ ਕੋਲ, ਤੁਸੀਂ ਦੇਖ ਸਕਦੇ ਹੋ। ਇਹ ਪੇਸ਼ੈਂਟ ਹੁਣ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਗੱਲਬਾਤ ਕਰ ਰਿਹਾ ਹੈਗਾ ਤੇ ਆਪਣੀ ਪੂਰੀ ਸਟੋਰੀ ਦੱਸ ਰਿਹਾ। ਇਹ ਬੇਸਿਕਲੀ ਬਾਥਰੂਮ 'ਚ ਜਾ ਕੇ ਅਨਕੌਂਸ਼ੀਅਸ ਹੋ ਗਿਆ ਸਵੇਰੇ ਬ੍ਰਸ਼ ਕਰਦੇ ਹੋਏ। ਤੇ ਬਾਕੀ ਘਰ ਵਾਲੇ ਜਿਹੜੇ ਥੋੜਾ ਲੇਟ ਉੱਠੇ, ਇਹ ਥੋੜਾ ਜਲਦੀ ਕੰਮ ਤੇ ਜਾਂਦਾ ਸੀਗਾ ਤੇ ਉਹਨਾਂ ਨੂੰ 3-4 ਘੰਟੇ ਬਾਅਦ ਪਤਾ ਲੱਗਿਆ ਸੀ। ਤੇ ਆਪਣੀ ਪੂਰੀ ਸਟੋਰੀ ਬਿਆਨ ਕਰ ਰਿਹਾ ਹੈਗਾ ਕਿ ਕਿਵੇਂ ਇਹਨੂੰ ਸਿੰਪਟਮਸ ਫੀਲ ਹੋਏ, ਕਿਵੇਂ ਇਹ ਗਿਰ ਗਿਆ ਤੇ ਉਸ ਤੋਂ ਬਾਅਦ ਹੁਣ ਇਹ ਆਪਣੇ ਬੈਕ ਟੂ ਵਰਕ ਵੀ ਜੁਆਇਨ ਕਰ ਚੁੱਕਿਆ ਹੈਗਾ। ਸੋ ਬੇਸਿਕਲੀ ਮਕੈਨੀਕਲ ਥ੍ਰੋਮਬੈਕਟਮੀ ਜਿਹੜੀ ਹੈਗੀ ਆ, ਇਹ ਇੱਕ ਟੈਕਨੀਕ ਹੈਗੀ ਹੈ ਜਿਹਦੇ ਵਿੱਚ ਅਸੀਂ ਬਲੱਡ ਫਲੋ ਜਿਹੜਾ ਰੁਕ ਜਾਂਦਾ ਹੈ ਬ੍ਰੇਨ ਦਾ, ਉਸ ਨੂੰ ਖੋਲ ਕੇ ਨਾਟ ਓਨਲੀ ਲਕਵਾ ਜਿਹੜਾ ਹੈਗਾ ਉਹਨੂੰ ਰਿਵਰਸ ਕਰ ਸਕਦੇ ਹਾਂ, ਪਰ ਜਿਹੜਾ ਲਕਵੇ ਦੇ ਸਾਈਡ ਇਫੈਕਟ ਹੈ ਉਹਨਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਤੇ ਜਿਵੇਂ ਖੂਨ ਪਤਲਾ ਕਰਨ ਦਾ ਟੀਕਾ ਅਸੀਂ ਸਿਰਫ 4 ਘੰਟੇ ਤੱਕ ਹੀ ਦੇ ਸਕਦੇ ਹੈਗੇ ਹਾਂ, ਮਕੈਨੀਕਲ ਥ੍ਰੋਮਬੈਕਟਮੀ ਜਿਹੜੀ ਹੈਗੀ ਹੈ ਇਹਦੇ ਵਿੱਚ ਤੁਸੀਂ ਆਲਮੋਸਟ 24 ਘੰਟੇ ਤੱਕ ਇਹ ਪ੍ਰੋਸੀਜਰ ਨੂੰ ਕਰਕੇ ਮਰੀਜ਼ ਨੂੰ ਫਾਇਦਾ ਦੇ ਸਕਦੇ ਹੋ। ਜਿੱਥੇ ਵੀ ਇਹ ਫੈਸਿਲਿਟੀ ਅਵੇਲੇਬਲ ਹੁੰਦੀ ਹੈ ਉੱਥੇ ਅਸੀਂ ਇਹਨੂੰ ਸਟ੍ਰੋਕ ਰੈਡੀ ਯੂਨਿਟ ਕਿਹਾ ਜਾਂਦਾ ਹੈ ਜਾਂ ਸਟ੍ਰੋਕ ਰੈਡੀ ਹਸਪੀਟਲ ਕਿਹਾ ਜਾਂਦਾ ਹੈ ਤੇ ਪੇਸ਼ੈਂਟਸ ਨੂੰ ਫਾਇਦਾ ਹੋ ਸਕਦਾ ਹੈ। ਤੇ ਅੱਜ ਦੇ ਇਸ ਏਰਾ ਦੇ ਵਿੱਚ ਜਦੋਂ ਇੱਕ ਸਟ੍ਰੋਕ ਐਪੀਡੈਮਿਕ ਦੀ ਤਰ੍ਹਾਂ ਉੱਭਰ ਕੇ ਆ ਰਿਹਾ ਹੈ, ਉਸ ਸਿਚੁਏਸ਼ਨ ਦੇ ਵਿੱਚ ਇਹ ਟੈਕਨੀਕ ਜਿਹੜੀ ਹੈਗੀ ਹੈ ਉਹ ਨਾਟ ਓਨਲੀ ਲਾਈਫ ਸੇਵਿੰਗ ਹੈਗੀ ਹੈ ਬਟ ਕੁਆਲਿਟੀ ਆਫ ਲਾਈਫ ਜਿਹਨੂੰ ਆਪਾਂ ਕਹਿੰਦੇ ਨਾ, ਜਿਹਦੇ ਵਿੱਚ ਕਹਿੰਦੇ ਆਪਾਂ ਕਿ ਪੇਸ਼ੈਂਟ ਕਿਸੇ ਤੇ ਡਿਪੈਂਡੈਂਟ ਨਹੀਂ ਰਹਿ ਗਿਆ, ਉਸ ਡਿਪੈਂਡੈਂਸ ਨੂੰ ਵੀ ਘੱਟ ਕਰਨ 'ਚ ਸਾਨੂੰ ਹੈਲਪ ਕਰਦੀ ਹੈ। ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਤੋਂ ਸਵਾਲ ਕਰ ਸਕਦੇ ਹੋ। ਸਰ ਜਿਵੇਂ ਤੁਸੀਂ ਦੱਸ ਰਹੇ ਇਹ ਆਯੁਸ਼ਮਾਨ ਦੇ ਵਿੱਚ ਆਉਂਦਾ ਹੈ? ਹਾਂਜੀ, ਇਹ ਆਯੁਸ਼ਮਾਨ ਦੇ ਅੰਦਰ ਵੀ ਕਵਰਡ ਹੈਗੀ ਹੈ ਮਕੈਨੀਕਲ ਥ੍ਰੋਮਬੈਕਟਮੀ ਪ੍ਰੋਸੀਜਰ। ਜਿਹੜੇ ਹਸਪੀਟਲ ਦੇ ਵਿੱਚ ਆਯੁਸ਼ਮਾਨ ਕਾਰਡ ਅਵੇਲੇਬਲ ਹੈ ਤੇ ਜੇ ਫੈਸਿਲਿਟੀ ਅਵੇਲੇਬਲ ਹੈ ਤਾਂ ਉੱਥੇ ਪ੍ਰੋਸੀਜਰ ਕੀਤਾ ਜਾ ਸਕਦਾ ਹੈ। ਆਯੁਸ਼ਮਾਨ ਤੋਂ ਬਗੈਰ ਕਿੰਨੀ ਕੋਸਟ? ਆਯੁਸ਼ਮਾਨ ਤੋਂ ਬਗੈਰ ਇਹ ਕਾਸਟਲੀ ਪ੍ਰੋਸੀਜਰ ਹੈ ਸਰ। ਔਨ ਐਨ ਐਵਰੇਜ 3 ਤੋਂ 4 ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ, ਕਿਉਂਕਿ ਇਹਦਾ ਜਿਹੜਾ ਸਮਾਨ ਜਿਹੜਾ ਯੂਜ਼ ਹੁੰਦਾ ਹੈਗਾ ਹਾਲੇ ਉਹ ਇੰਡੀਆ 'ਚ ਨਹੀਂ ਬਣਨਾ ਸ਼ੁਰੂ ਹੋਇਆ, ਪਰ ਹੌਲੀ ਹੌਲੀ ਉਹ ਵੀ ਆ ਰਿਹਾ ਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਫਿਊਚਰ 'ਚ ਇਹਦੀ ਕਾਸਟ ਹੋਰ ਘਟੇਗੀ। ਇਹ ਕਿਹੜੇ ਹਸਪੀਟਲ 'ਚ ਜਿਹੜਾ ਇਹਦਾ ਇਲਾਜ? ਸਰ ਇਹ ਲਿਵਾਸਾ ਹਸਪੀਟਲ ਮੋਹਾਲੀ ਜਿਹੜਾ ਹੈਗਾ ਉੱਥੇ ਇਲਾਜ ਅਵੇਲੇਬਲ ਹੈਗਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇਹ ਪੇਸ਼ੈਂਟ ਇੱਥੇ ਬਠਿੰਡੇ ਦਾ ਸੀਗਾ, ਬਟ ਜਦੋਂ ਇਹਨੂੰ ਪ੍ਰੋਬਲਮ ਹੋਈ ਤੇ ਕਿਉਂਕਿ ਟਾਈਮ ਨਿਕਲ ਗਿਆ ਸੀਗਾ, ਸਮਹਾਓ ਸਾਡੇ ਕੰਟੈਕਟ 'ਚ ਆਇਆ ਤੇ ਇਹ ਉੱਥੇ ਰੈਫਰ ਹੋਇਆ ਸਾਡੇ ਕੋਲ ਤੇ ਅਸੀਂ ਟ੍ਰੀਟ ਕੀਤਾ। ਸਰ ਟਾਈਮ ਕਿੰਨਾ ਲੱਗਦਾ ਪ੍ਰੋਸੀਜਰ ਦਾ ਸਾਰੇ? ਪ੍ਰੋਸੀਜਰ ਨੂੰ ਤਾਂ ਹਾਰਡਲੀ ਅੱਧਾ ਘੰਟਾ ਤੋਂ 45 ਮਿੰਟ ਹੀ ਲੱਗਦੇ ਹੈਗੇ ਆ। ਜਿਵੇਂ ਇੱਕ ਹਾਰਟ ਦਾ ਪ੍ਰੋਸੀਜਰ ਹੁੰਦਾ ਉੱਦਾਂ ਹੀ ਬ੍ਰੇਨ ਦਾ ਇਹ ਪ੍ਰੋਸੀਜਰ ਹੁੰਦਾ। ਸਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਆਪਾਂ ਗੱਲ ਕਰੀਏ ਕਿ ਥ੍ਰੋਮਬੋਲਿਸਿਸ ਜਿਹੜਾ ਹੈ ਉਹ 3-3.5 ਘੰਟੇ 'ਚ ਹੀ ਦਿੱਤਾ ਜਾਣਾ ਚਾਹੀਦਾ ਹੈਗਾ। ਇਹ ਪ੍ਰੋਸੀਜਰ ਅਸੀਂ 24 ਆਵਰਸ ਤੱਕ ਕਰ ਸਕਦੇ ਹਾਂ। ਤੁਸੀਂ ਜਿਵੇਂ ਦੇਖੋ ਇਹ ਪੇਸ਼ੈਂਟ ਨੂੰ ਸਵੇਰੇ 6 ਵਜੇ ਹੋਇਆ ਸੀਗਾ ਤੇ ਸਾਡੇ ਕੋਲ ਇਹ ਅਰਾਊਂਡ 12 ਵਜੇ ਪਹੁੰਚਿਆ ਸੀਗਾ। ਅਸੀਂ 12-1 ਵਜੇ ਇਹਨੂੰ ਆਪਰੇਟ ਕੀਤਾ ਸੀਗਾ ਤੇ ਆਲਮੋਸਟ 6-6.5 ਘੰਟੇ ਬਾਅਦ। ਸਰ ਇਹ ਕਿਸ ਕਾਰਨ ਆਉਂਦੀ ਹੈ ਪ੍ਰੋਬਲਮ? ਜੀ ਜਿਵੇਂ ਕਿ ਮੈਂ ਦੱਸਿਆ ਕਿ ਸਾਰੇ ਰਿਸਕ ਫੈਕਟਰ ਜਿਹੜੇ ਹਾਰਟ ਅਟੈਕ ਦੇ ਨੇ ਉਹੀ ਬ੍ਰੇਨ ਅਟੈਕ ਦੇ ਵੀ ਰਿਸਕ ਫੈਕਟਰਸ ਨੇ। ਅੱਜ ਕੱਲ੍ਹ ਇਹ ਵੱਧ ਇਸ ਲਈ ਰਿਹਾ ਹੈਗਾ ਕਿਉਂਕਿ ਆਪਣਾ ਲਾਈਫ ਸਟਾਈਲ ਥੋੜਾ ਸੈਡੈਂਟਰੀ ਹੋ ਗਿਆ ਹੈ। ਸਮੋਕਿੰਗ ਡਰਿੰਕਿੰਗ ਇਹਦੇ ਉਹਨਾਂ ਦੇ ਸਾਈਡ ਇਫੈਕਟ ਹੈਗੇ ਆ, ਉਹਨਾਂ ਦੇ ਕਰਕੇ ਸਟ੍ਰੋਕ ਹੋ ਸਕਦਾ ਹੈਗਾ। ਡਾਇਬੀਟੀਜ਼, ਹਾਈਪਰਟੈਂਸ਼ਨ, ਜੇ ਹਾਈਪਰਟੈਂਸ਼ਨ ਹੈਗਾ ਉਹਦੀ ਦਵਾਈ ਟਾਈਮ ਤੇ ਨਾ ਲੈਣਾ, ਠੀਕ ਹੈ, ਹੈਲਦੀ ਖਾਣਾ ਨਹੀਂ ਖਾਣਾ, ਜ਼ਿਆਦਾ ਆਇਲੀ ਫੂਡ ਲੈਣਾ, ਇਹ ਸਾਰੇ ਰਿਸਕ ਫੈਕਟਰ ਨੇ ਜੀ ਸਟ੍ਰੋਕ ਦੇ। ਸਰ ਕੋਈ ਸਿੰਪਟਮਸ ਹੁੰਦੇ ਕਿ ਬਲੱਡ ਫਲੋ ਡਾਊਨ ਹੋਵੇ? ਜੀ ਬਿਲਕੁਲ। ਜਿਹੜਾ ਇੱਕ ਅੰਗਰੇਜ਼ੀ ਦੇ ਵਿੱਚ ਨਿਮੋਨਿਕ ਬਣਾਇਆ ਗਿਆ ਹੈਗਾ ਉਹਨੂੰ ਮੈਂ ਤੁਹਾਨੂੰ ਦੱਸਦਾ ਹੈਗਾ, ਉਹਦੇ ਨਾਲ ਤੁਸੀਂ ਆਇਡੈਂਟੀਫਾਈ ਕਰ ਸਕਦੇ ਹੋ ਬੜੀ ਈਜ਼ੀਲੀ ਕਿ ਸਟ੍ਰੋਕ ਆ ਰਿਹਾ ਕਿ ਨਹੀਂ ਆ ਰਿਹਾ ਹੈਗਾ। ਆਪਾਂ ਇਹਨੂੰ ਯਾਦ ਕਰ ਸਕਦੇ ਹਾਂ ਬੀ ਫਾਸਟ ਕਰਕੇ, ਰਾਈਟ। ਤੇ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਦਿੱਤਾ ਗਿਆ ਹੈਗਾ, ਅਪਰੂਵ ਕੀਤਾ ਹੋਏਗਾ। ਬੀ ਫਾਸਟ ਦੇ ਵਿੱਚ ਪਹਿਲਾ ਅਕਸ਼ਰ ਹੈਗਾ ਬੀ। ਬੀ ਦਾ ਮਤਲਬ ਜੇ ਕਿਸੇ ਪੇਸ਼ੈਂਟ ਦਾ ਬੈਲੈਂਸ ਵਿਗੜ ਰਿਹਾ ਹੈਗਾ ਤੇ ਉਹ ਸਟ੍ਰੋਕ ਦਾ ਸਾਈਨ ਹੋ ਸਕਦਾ ਹੈ। ਸੈਕਿੰਡ ਅਕਸ਼ਰ ਹੈਗਾ ਈ। ਈ ਦਾ ਮਤਲਬ ਆਈਜ਼, ਜੇ ਅੱਖਾਂ ਦੇ ਵਿੱਚ ਟੇਢਾਪਨ ਆ ਰਿਹਾ ਹੈਗਾ। ਫਾਸਟ, ਐਫ ਮਤਲਬ ਫੇਸ। ਫੇਸ, ਏ ਫॉर ਆਰਮ ਤੇ ਐਸ ਫॉर ਸਪੀਚ। ਤੁਹਾਡੇ ਚਿਹਰੇ ਤੇ ਟੇਢਾਪਨ ਆ ਰਿਹਾ ਹੈਗਾ, ਤੁਹਾਡੇ ਹੱਥ ਜਾਂ ਪੈਰ 'ਚ ਕਮਜ਼ੋਰੀ ਆ ਰਹੀ ਹੈ ਤੇ ਤੁਹਾਡੀ ਸਪੀਚ ਜੇ ਲੜਖੜਾ ਰਹੀ ਹੈ, ਇਹ ਸਾਰੇ ਸਟ੍ਰੋਕ ਦੇ ਸਿੰਪਟਮਸ ਹੋ ਸਕਦੇ ਨੇ। ਪਰ ਹੁਣ ਇੱਕ ਗੱਲ ਇਹ ਪ੍ਰੋਬਲਮ ਹੈਗੀ ਕਿ ਬੀ ਫਾਸਟ ਆਪਾਂ ਸਾਰੇ ਸਮਝ ਰਹੇ ਹਾਂ, ਪਰ ਬਹੁਤ ਸਾਰੇ ਆਪਣੇ ਜਿਹੜੇ ਹੈਗੇ ਪੋਪੂਲੇਸ਼ਨ ਉਹ ਅੰਗਰੇਜ਼ੀ ਨਹੀਂ ਸਮਝਦੀ ਹੈ। ਤੇ ਇਹਦਾ ਕਾਊਂਟਰ ਪਾਰਟ ਆਪਾਂ ਜਿਹੜਾ ਹੈਗਾ ਉਹ ਆਪਾਂ
ਡਿਵੈਲਪ ਕੀਤਾ ਹੈਗਾ ਉਹਨੂੰ ਆਪਾਂ ਨਮਸਤੇ ਦੇ ਨਾਲ ਆਪਾਂ ਆਇਡੈਂਟੀਫਾਈ ਕਰ ਸਕਦੇ ਹਾਂ। ਇੱਕ ਸਿੰਪਲ ਨਮਸਤੇ ਜਾਂ ਸਤਿ ਸ੍ਰੀ ਅਕਾਲ। ਜੇ ਕਿਸੇ ਪੇਸ਼ੈਂਟ ਨੂੰ ਪ੍ਰੋਬਲਮ ਹੈਗੀ ਹੈ ਤੁਸੀਂ ਉਹਨੂੰ ਨਮਸਤੇ ਜਾਂ ਸਤਿ ਸ੍ਰੀ ਅਕਾਲ ਕਰਨ ਨੂੰ ਕਹੋ। ਜੇ ਪੇਸ਼ੈਂਟ ਨਮਸਤੇ ਕਰ ਪਾ ਰਿਹਾ ਮਤਲਬ ਉਹਦਾ ਆਮ ਠੀਕ ਹੈਗਾ, ਨਮਸਤੇ ਬੋਲ ਪਾ ਰਿਹਾ ਹੈਗਾ ਮਤਲਬ ਉਹਦਾ ਬੋਲੀ ਠੀਕ ਹੈਗੀ ਹੈ, ਤੇ ਖੜਾ ਹੋ ਕੇ ਨਮਸਤੇ ਕਰ ਪਾ ਰਿਹਾ ਤਾਂ ਇਹਦਾ ਮਤਲਬ ਉਹਦਾ ਲੈਗ ਵੀ ਠੀਕ ਹੈਗਾ। ਤੇ ਇਸ ਨਾਲ ਆਇਡੈਂਟੀਫਾਈ ਕਰ ਸਕਦੇ। ਜੇ ਨਹੀਂ ਕਰ ਪਾ ਰਿਹਾ ਤਾਂ ਇਹਦਾ ਮਤਲਬ ਉਹਨੂੰ ਪ੍ਰੋਬਲਮ ਹੈ। ਸੋ ਇਹ ਦੋ ਨਿਮੋਨਿਕ ਹੈਗੇ, ਦੋ ਤਰੀਕੇ ਹੈਗੇ ਯਾਦ ਕਰਨ ਦੇ, ਆਇਡੈਂਟੀਫਾਈ ਕਰਨ ਦੇ ਕਿ ਕਿਸੇ ਪੇਸ਼ੈਂਟ ਨੂੰ ਸਟ੍ਰੋਕ ਹੋ ਰਿਹਾ ਕਿ ਨਹੀਂ ਹੋ ਰਿਹਾ। ਸਟ੍ਰੋਕ ਹੋਣ ਤੋਂ ਬਾਅਦ ਫਿਰ ਕੋਮਾ 'ਚ ਜਾਂਦੇ ਵੀ ਡੈਫੀਨੇਟਲੀ ਜਿਹੜਾ ਪਾਰਟ ਬ੍ਰੇਨ ਦਾ ਇਫੈਕਟ ਹੋਏਗਾ ਉਹਦੇ ਫੰਕਸ਼ਨਸ ਚਲੇ ਜਾਂਦੇ ਹੈਗੇ। ਜਿੰਨਾ ਵੱਡਾ ਵੈਸਲ ਇਨਵੋਲਵ ਹੋਏਗਾ ਬ੍ਰੇਨ ਦੇ ਵਿੱਚ 4 ਨਾੜੀਆਂ ਹੁੰਦੀਆਂ, 2 ਅੱਗੇ ਦੇ ਪਾਸੇ ਜਿਹਨੂੰ ਆਪਾਂ ਇੰਟਰਨਲ ਕੈਰੋਟਿਡ ਕਹਿੰਦੇ ਆ, 2 ਪਿੱਛੇ ਦੇ ਪਾਸੇ ਜਿਹਨੂੰ ਆਪਾਂ ਵਰਟੀਬਰਲ ਆਰਟਰੀਜ਼ ਕਹਿੰਦੇ ਆ। ਸੋ ਡਿਪੈਂਡਿੰਗ ਅਪਨ ਕਿਹੜਾ ਪਾਰਟ ਤੁਹਾਡਾ ਬਲੌਕ ਹੋ ਰਿਹਾ ਹੈ ਉਸ ਦੇ ਹਿਸਾਬ ਨਾਲ ਤੁਹਾਡੀ ਇਹ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈਗੀ ਹੈ। ਤੁਹਾਡੀ ਜ਼ਬਾਨ ਰੁਕ ਸਕਦੀ ਹੈਗੀ ਹੈ, ਤੁਹਾਡੇ ਪਾਸਾ ਕਮਜ਼ੋਰ ਹੋ ਸਕਦਾ ਹੈ, ਤੇ ਜੇ ਬਹੁਤ ਵੱਡਾ ਪਾਰਟ ਬ੍ਰੇਨ ਦਾ ਇਨਵੋਲਵ ਹੋ ਗਿਆ ਤਾਂ ਮਰੀਜ਼ ਬੇਹੋਸ਼ੀ ਵੱਲ ਵੀ ਜਾ ਸਕਦਾ ਹੈ। ਡੈਫੀਨੇਟਲੀ ਇੱਕ ਬਹੁਤ ਖਤਰਨਾਕ ਬਿਮਾਰੀ ਹੈਗੀ ਹੈ, ਤੇ ਇਹ ਜਿਵੇਂ ਬੁੱਧੀਜੀਵੀ ਕਹਿ ਰਹੇ ਨੇ ਕਿ ਇਹ ਨੈਕਸਟ ਐਪੀਡੈਮਿਕ ਹੈਗਾ ਇਸ ਸੈਂਚੁਰੀ ਦਾ, ਤੇ ਸਾਨੂੰ ਇਹਦੀ ਪ੍ਰੀਵੈਂਸ਼ਨ ਤੇ ਟ੍ਰੀਟਮੈਂਟ ਦੋਨਾਂ ਬਾਰੇ ਹੀ ਖਿਆਲ ਦੇਣਾ ਚਾਹੀਦਾ ਹੈਗਾ। ਪ੍ਰੀਵੈਂਸ਼ਨ ਵਾਸਤੇ ਹੈਲਦੀ ਲਾਈਫ ਸਟਾਈਲ ਅਪਣਾਉਣਾ ਚਾਹੀਦਾ ਹੈਗਾ। ਸ਼ੂਗਰ ਬੀਪੀ ਦਾ ਰੈਗੂਲਰ ਚੈੱਕਅਪ ਹੋਵੇ, ਇੱਕ ਐਕਸਰਸਾਈਜ਼ ਦਾ ਸ਼ਡਿਊਲ ਹੋਵੇ, ਸਮੋਕਿੰਗ ਤੇ ਡਰਿੰਕਿੰਗ ਦੀਆਂ ਹੈਬਿਟਸ ਨਾ ਕਲਟੀਵੇਟ ਹੋਣ, ਫਾਸਟ ਫੂਡ ਘੱਟ ਤੋਂ ਘੱਟ ਲਿਆ ਜਾਵੇ, ਘੀ ਤੇਲ ਵਾਲੀਆਂ ਚੀਜ਼ਾਂ ਦਾ ਘੱਟ ਤੋਂ ਘੱਟ ਪ੍ਰਯੋਗ ਕੀਤਾ ਜਾਵੇ। ਤੇ ਇਸ ਤੋਂ ਇਲਾਵਾ ਜੇ ਬਾਈ ਚਾਂਸ ਰੱਬ ਨਾ ਕਰੇ ਕਿਸੇ ਨੂੰ ਇਹ ਬਿਮਾਰੀ ਆ ਵੀ ਜਾਂਦੀ ਹੈ ਤੇ ਆਪਾਂ ਉਹਨੂੰ ਜਿਵੇਂ ਕਿ ਬੀ ਫਾਸਟ ਦਾ ਨਿਮੋਨਿਕ ਯਾਦ ਕਰਕੇ ਉਹਨੂੰ ਆਇਡੈਂਟੀਫਾਈ ਕਰੀਏ, ਜਾਂ ਨਮਸਤੇ ਪ੍ਰੋਟੋਕਾਲ ਕਰਕੇ ਉਹਨੂੰ ਆਇਡੈਂਟੀਫਾਈ ਕਰੀਏ। ਤੇ ਜੇ ਉਹ ਆਇਡੈਂਟੀਫਾਈ ਹੋ ਜਾਂਦਾ ਹੈ ਤਾਂ ਉਹਨੂੰ ਜਲਦੀ ਤੋਂ ਜਲਦੀ ਟ੍ਰੀਟਮੈਂਟ ਵੀ ਦਿੱਤਾ ਜਾਵੇ। ਇਹਦੀ ਵੇਟ ਨਾ ਕੀਤੀ ਜਾਵੇ ਕਿ ਜੀ ਕੱਲ ਸਵੇਰੇ ਡਾਕਟਰ ਨੂੰ ਦਿਖਾ ਲਾਂਗੇ। ਸਟ੍ਰੋਕ ਇਜ਼ ਅ ਡਾਇਰ ਐਮਰਜੈਂਸੀ, ਤੁਹਾਨੂੰ ਇਮੀਡੀਏਟਲੀ ਡਾਕਟਰ ਨੂੰ ਮਿਲਣ ਦੀ ਲੋੜ ਹੈ। 24 ਘੰਟੇ ਤੋਂ ਬਾਅਦ ਇਹਦਾ ਕੀ ਹੁੰਦਾ ਹੈ? ਦੇਖੋ